ਬਾਪ, ਬੇਟਾ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ। ऐ पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। तेरे पैदा नू जान सका, तेरे पैदा नू जान सका। ਪਿਆਰੇ ਬੱਚਿਓ, ਪੜ੍ਹਾਂਗੇ ਤੁਹਾਡੀ ਪਾਠ ਪੁਸਤਕ ਦੇ ਪਾਠ 8, ਜਿਸ ਦਾ ਨਾਮ ਹੈ ਦਾਊਦ ਦਾ ਰਾਜ। ਸਾਊਲ ਦੀ ਮੌਤ ਤੋਂ ਬਾਅਦ ਦਾਊਦ ਨੂੰ ਯਹੂਦਾ ਦੇ ਲੋਕਾਂ ਦਾ ਬਾਦਸ਼ਾਹ ਨਿਯੁਕਤ ਕੀਤਾ ਗਿਆ, ਪਰੰਤੂ ਸਾਊਲ ਦੇ ਇੱਕ ਫੌਜੀ ਜਰਨੈਲ ਨੇ ਸਾਊਲ ਦੇ ਪੁੱਤਰ ਇਸ਼ਬਲ ਨੂੰ ਇਸਰਾਇਲ ਦੇ ਤਖਤ ਤੇ ਬਿਠਾ ਦਿੱਤਾ। ਯਹੂਦਾ ਅਤੇ ਇਸਰਾਇਲ ਦੀਆਂ ਫੌਜਾਂ ਨੇ ਇੱਕ ਦੂਸਰੇ ਪ੍ਰਤੀ ਹਥਿਆਰ ਚੁੱਕ ਲਏ ਅਤੇ ਯੁੱਧ ਹੋਇਆ। ਇਸ ਯੁੱਧ ਵਿੱਚ ਇਸਰਾਇਲ ਦੀ ਹਾਰ ਹੋਈ। ਜਵਾਬ ਦੇ ਭਰਾ ਅਜ਼ਾਇਲ ਨੂੰ ਅਬਨੇਰ ਨੇ ਕਤਲ ਕਰ ਦਿੱਤਾ। ਪਿਆਰੇ ਬੱਚਿਓ, ਅਸੀਂ ਦੇਖਿਆ ਕਿ ਜਦੋਂ ਸਾਊਲ ਮਰ ਗਿਆ ਤਾਂ ਦਾਊਦ ਨੂੰ ਯਹੂਦਾ ਦਾ ਰਾਜਾ ਨਿਯੁਕਤ ਕਰ ਦਿੱਤਾ ਗਿਆ। ਦੂਸਰੇ ਪਾਸੇ ਸਾਊਲ ਦਾ ਇੱਕ ਫੌਜੀ ਜਰਨੈਲ ਸੀ, ਉਸਨੇ ਸਾਊਲ ਦੇ ਪੁੱਤਰ ਇਸ਼ਬਲ ਨੂੰ ਇਸਰਾਇਲ ਦਾ ਰਾਜਾ ਬਣਾਇਆ। ਤਦ ਯਹੂਦਾ ਅਤੇ ਇਸਰਾਇਲ ਦੀਆਂ ਫੌਜਾਂ ਦੇ ਵਿੱਚ ਯੁੱਧ ਹੋਇਆ, ਜਿਸ ਦੇ ਵਿੱਚ ਇਸਰਾਇਲੀ ਹਾਰ ਗਏ ਤੇ ਜੋਆਬ ਦੇ ਭਰਾ ਅਜ਼ਾਇਲ ਨੂੰ ਅਬਨੇਰ ਨੇ ਖਤਮ ਕਰ ਦਿੱਤਾ। ਪਰ ਚਾਹੇ ਕਿ ਅਬਨੇਰ ਨੇ ਜੋਆਬ ਦੇ ਭਰਾ ਨੂੰ ਮਾਰਿਆ ਸੀ, ਪਰ ਇਸ਼ਬਲ ਅਬਨੇਰ ਦੇ ਨਾਲ ਖਾਰ ਖਾਂਦਾ ਸੀ, ਉਹਨਾਂ ਉਹ ਭੈੜਾ ਸਲੂਕ ਕਰਦਾ ਸੀ। ਆਓ ਦੇਖੀਏ, ਇਸ਼ਬਲ ਅਬਨੇਰ ਨਾਲ ਬਹੁਤ ਭੈੜਾ ਸਲੂਕ ਕਰਦਾ ਸੀ, ਇਸ ਲਈ ਅਬਨੇਰ ਨੇ ਆਪਣੀਆਂ ਸੇਵਾਵਾਂ ਦਾਊਦ ਨੂੰ ਪੇਸ਼ ਕੀਤੀਆਂ। ਪਰ ਜਦ ਅਬਨੇਰ ਹਬਰੋਨ ਵਿੱਚ ਆਇਆ ਤਾਂ ਉਸ ਨੂੰ ਜੋਆਬ ਨੇ ਮਾਰ ਸੁੱਟਿਆ। ਉਸ ਦੀ ਮੌਤ ਦਾ ਦਾਊਦ ਨੂੰ ਬਹੁਤ ਦੁੱਖ ਹੋਇਆ। ਪਿਆਰੇ ਬੱਚਿਓ, ਅਬਨੇਰ ਨੂੰ ਜੋਆਬ ਨੇ ਮਾਰ ਸੁੱਟਿਆ। ਕਿਉਂ ਮਾਰਿਆ? ਕਿਉਂਕਿ ਉਸ ਨੇ ਉਸ ਦੇ ਭਰਾ ਦਾ ਕਤਲ ਕਰ ਦਿੱਤਾ ਸੀ। ਇਸ ਕਰਕੇ ਜੋਆਬ ਉਸ ਤੋਂ ਬਦਲਾ ਲੈਣਾ ਚਾਹੁੰਦਾ ਸੀ, ਇਸ ਕਰਕੇ ਉਸਨੇ ਅਬਨੇਰ ਨੂੰ ਖਤਮ ਕਰ ਦਿੱਤਾ। ਇੱਕ ਦਿਨ ਜਦ ਇਸ਼ਬਲ ਸੁੱਤਾ ਹੋਇਆ ਸੀ ਤਾਂ ਉਸ ਦੇ ਦੋ ਅਫਸਰਾਂ ਬਨਾ ਅਤੇ ਰਕਾਬ ਨੇ ਉਸ ਦਾ ਸਿਰ ਵੜ ਦਿੱਤਾ ਅਤੇ ਉਸ ਦਾ ਸਿਰ ਦਾਊਦ ਕੋਲ ਇਸ ਆਸ ਨਾਲ ਲੈ ਕੇ ਗਏ ਕਿ ਉਹ ਖੁਸ਼ ਹੋਵੇਗਾ। ਪਰੰਤੂ ਦਾਊਦ ਨੇ ਉਹਨਾਂ ਨੂੰ ਇਸ ਜੁਰਮ ਦੀ ਭਿਅੰਕਰ ਸਜ਼ਾ ਦਿੱਤੀ, ਕਿਉਂਕਿ ਉਹਨਾਂ ਨੇ ਇਸ਼ਬਲ ਉੱਪਰ ਉਸ ਸਮੇਂ ਹਮਲਾ ਕੀਤਾ ਸੀ ਜਦੋਂ ਉਹ ਸੁੱਤਾ ਹੋਇਆ ਸੀ। ਸਾਰੇ ਲੋਕਾਂ ਨੇ ਦਾਊਦ ਦੀ ਨੇਕ ਦਿਲੀ ਦੀ ਤਾਰੀਫ ਕੀਤੀ ਅਤੇ ਇਸਰਾਏਲੀਆਂ ਨੇ ਹਬਰੋਨ ਵਿੱਚ ਇਕੱਠੇ ਹੋ ਕੇ
ਦਾਊਦ ਨੂੰ ਆਪਣਾ ਰਾਜਾ ਸਵੀਕਾਰ ਕਰ ਲਿਆ। ਪਿਆਰੇ ਬੱਚਿਓ, ਪਹਿਲਾਂ ਦਾਊਦ ਨੂੰ ਯਹੂਦਾ ਦਾ ਰਾਜਾ ਬਣਾਇਆ ਗਿਆ ਤੇ ਇਸਰਾਇਲ ਦੇ ਵਿੱਚ ਸਾਊਲ ਦੇ ਜਰਨੈਲ ਨੇ ਸਾਊਲ ਦੇ ਪੁੱਤਰ ਨੂੰ ਇਸਰਾਇਲ ਦਾ ਰਾਜਾ ਬਣਾਇਆ। ਯੁੱਧ ਹੋਇਆ, ਇਸਰਾਇਲੀ ਹਾਰ ਗਏ। ਇਸ ਯੁੱਧ ਦੇ ਵਿੱਚ ਜੋਆਬ ਦਾ ਭਰਾ ਮਾਰਿਆ ਗਿਆ। ਇਸ਼ਬਲ ਜੋ ਕਿ ਸਾਊਲ ਦਾ ਪੁੱਤਰ ਸੀ, ਅਬਨੇਰ ਦੇ ਨਾਲ ਭੈੜਾ ਸਲੂਕ ਕਰਦਾ ਸੀ। ਅਬਨੇਰ ਇਸ਼ਬਲ ਤੋਂ ਅਲੱਗ ਹੋ ਕੇ ਦਾਊਦ ਦੇ ਨਾਲ ਜਾ ਮਿਲਿਆ, ਪਰ ਜਦ ਅਬਨੇਰ ਹਬਰੋਨ ਦੇ ਵਿੱਚ ਪਹੁੰਚਿਆ ਤਾਂ ਜੋਆਬ ਨੇ ਉਸ ਦਾ ਕਤਲ ਕਰ ਦਿੱਤਾ, ਕਿਉਂਕਿ ਅਬਨੇਰ ਨੇ ਜੋਆਬ ਦੇ ਭਰਾ ਨੂੰ ਮਾਰਿਆ ਸੀ। ਇਸੇ ਤਰ੍ਹਾਂ ਹੀ ਇਸ਼ਬਲ ਦੀ ਫੌਜ ਦੇ ਵਿੱਚ ਉਸਦੇ 2 ਸਰਦਾਰ ਸੀ। ਇੱਕ ਦਿਨ ਉਹਨਾਂ ਨੇ ਇਸ਼ਬਲ ਦੇ ਉੱਪਰ ਹਮਲਾ ਕਰਤਾ ਜਦੋਂ ਉਹ ਸੁੱਤਾ ਹੋਇਆ ਸੀ। ਉਹਦਾ ਸਿਰ ਵੱਢ ਦਿੱਤਾ ਤੇ ਸਿਰ ਉਹਦਾ ਲੈ ਕੇ ਉਹ ਦਾਊਦ ਦੇ ਕੋਲ ਗਏ, ਇਸ ਆਸ ਦੇ ਨਾਲ ਕਿ ਦਾਊਦ ਉਹਨਾਂ ਦੇ ਕੰਮ ਤੋਂ ਖੁਸ਼ ਹੋਵੇਗਾ ਤੇ ਉਹਨਾਂ ਨੂੰ ਕੁਝ ਨਾ ਕੁਝ ਇਨਾਮ ਵੀ ਦੇਵੇਗਾ। ਪਰ ਦਾਊਦ ਇਸ ਗੱਲ ਤੇ ਖੁਸ਼ ਨਹੀਂ ਹੋਇਆ। ਉਸਨੇ ਉਹਨਾਂ ਦੋਨਾਂ ਨੂੰ, ਬਨਾ ਅਤੇ ਰਕਾਬ ਨੂੰ ਸਜ਼ਾ ਦਿੱਤੀ। ਉਹਨਾਂ ਨੂੰ ਕਿਹਾ ਕਿ ਤੁਸੀਂ ਉਸ ਆਦਮੀ ਉੱਪਰ ਹਮਲਾ ਕੀਤਾ ਹੈ ਜੋ ਸੁੱਤਾ ਹੋਇਆ ਸੀ, ਜੋ ਨਿਹੱਥਾ ਸੀ। ਤਦ ਸਾਰੇ ਲੋਕਾਂ ਨੇ ਦਾਊਦ ਦੀ ਨੇਕ ਦਿਲੀ ਦੀ ਤਾਰੀਫ ਕੀਤੀ ਅਤੇ ਇਸਰਾਏਲੀਆਂ ਨੇ ਹਬਰੋਨ ਵਿੱਚ ਇਕੱਠੇ ਹੋ ਕੇ ਦਾਊਦ ਨੂੰ ਇਸਰਾਇਲ ਦਾ ਵੀ ਰਾਜਾ ਸਵੀਕਾਰ ਕਰ ਲਿਆ। ਤਦ ਦਾਊਦ ਨੇ ਆਪਣੇ ਆਦਮੀਆਂ ਨਾਲ ਯਰੂਸ਼ਲਮ ਉੱਤੇ ਚੜ੍ਹਾਈ ਕਰ ਦਿੱਤੀ। ਉੱਥੋਂ ਦੇ ਜਬੂਸੀ ਲੋਕ ਉਸ ਨੂੰ ਮਖੌਲ ਕਰਨ ਲੱਗੇ, ਕਿਉਂਕਿ ਉਹ ਸੋਚਦੇ ਸਨ ਕਿ ਦਾਊਦ ਯਰੂਸ਼ਲਮ ਨੂੰ ਜਿੱਤ ਨਹੀਂ ਸਕੇਗਾ ਤੇ ਉਹਨਾਂ ਨੂੰ ਆਪਣੇ ਸ਼ਹਿਰ ਫਸੀਲ ਤੇ ਬੜਾ ਮਾਣ ਸੀ। ਪਰੰਤੂ ਦਾਊਦ ਨੇ ਫਸੀਲ ਨੂੰ ਜਿੱਤ ਕੇ ਉਸ ਨੂੰ ਆਪਣਾ ਸਦਰ ਮਕਾਮ ਬਣਾ ਲਿਆ। ਯਰੂਸ਼ਲਮ ਦੀ ਜਿੱਤ ਤੋਂ ਬਾਅਦ ਦਾਊਦ ਨੇ ਫਿਲਸਤੀਨੀਆਂ ਨੂੰ ਬੁਰੀ ਤਰ੍ਹਾਂ ਹਰਾਇਆ ਤੇ ਉਹਨਾਂ ਦੇ ਕਈ ਸ਼ਹਿਰ ਸਾੜ ਦਿੱਤੇ। ਬੱਚਿਓ, ਜਦ ਦਾਊਦ ਨੂੰ ਇਸਰਾਇਲ ਦਾ ਰਾਜਾ ਵੀ ਲੋਕਾਂ ਨੇ ਸਵੀਕਾਰ ਕਰ ਲਿਆ ਤਾਂ ਦਾਊਦ ਨੇ ਫਿਰ ਯਰੂਸ਼ਲਮ ਦੇ ਉੱਪਰ ਹਮਲਾ ਕੀਤਾ, ਯਰੂਸ਼ਲਮ ਉੱਪਰ ਚੜ੍ਹਾਈ ਕੀਤੀ ਤੇ ਯਰੂਸ਼ਲਮ ਦੇ ਲੋਕ ਦਾਊਦ ਨੂੰ ਮਖੌਲ ਕਰਨ ਲੱਗੇ। ਉਹਨਾਂ ਇੱਥੋਂ ਤੱਕ ਵੀ ਕਹਿਤਾ ਕਿ ਤੈਨੂੰ ਰੋਕਣ ਲਈ ਸਾਡੇ ਅੰਨੇ ਅਤੇ ਲੰਗੜੇ ਹੀ ਕਾਫੀ ਹਨ। ਪਰ ਦਾਊਦ ਨੇ ਯਰੂਸ਼ਲਮ ਦੇ ਉੱਪਰ ਜਿੱਤ ਪ੍ਰਾਪਤ ਕੀਤੀ। ਯਰੂਸ਼ਲਮ ਦੇ ਲੋਕਾਂ ਨੂੰ ਆਪਣੇ ਇੱਕ ਸ਼ਹਿਰ ਜਿਹਦਾ ਨਾਮ ਫਸੀਲ ਸੀ, ਉਹਦੇ ਉੱਪਰ ਬਹੁਤ ਹੀ ਮਾਣ ਸੀ। ਉਹ ਸੋਚਦੇ ਸੀ ਕਿ ਇਸ ਸ਼ਹਿਰ ਨੂੰ ਕੋਈ ਵੀ ਜਿੱਤ ਨਹੀਂ ਸਕਦਾ। ਪਰੰਤੂ ਦਾਊਦ ਨੇ ਉਸ ਸ਼ਹਿਰ ਨੂੰ ਵੀ ਜਿੱਤਿਆ ਤੇ ਉਸ ਸ਼ਹਿਰ ਨੂੰ ਉਸਨੇ ਆਪਣਾ ਸਦਰ ਮਕਾਮ ਬਣਾ ਲਿਆ ਤੇ ਯਰੂਸ਼ਲਮ ਦੀ ਜਿੱਤ ਤੋਂ ਬਾਅਦ ਵਿੱਚ ਉਸਨੇ ਸਾਰੇ ਇਸਰਾਏਲੀਆਂ ਦੇ ਉੱਪਰ ਹਮਲਾ ਕਰਕੇ ਉਹਨਾਂ ਨੂੰ ਜਿੱਤ ਲਿਆ। ਫਿਲਸਤੀਨੀਆਂ ਨੂੰ ਉਹਨੇ ਬੁਰੀ ਤਰ੍ਹਾਂ ਹਰਾਇਆ ਤੇ ਉਹਨਾਂ ਦੇ ਕਈ ਸ਼ਹਿਰ ਵੀ ਸਾੜ ਦਿੱਤੇ। ਹੁਣ ਦਾਊਦ ਆਪਣੇ ਤਾਜ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਸੀ। ਇਸ ਕਰਕੇ ਉਹਨੇ ਕੀ ਕੀਤਾ? ਉਹਨੇ ਕਿਹਾ ਕਿ ਮੈਂ ਨੇਮ ਦਾ ਸੰਦੂਕ ਯਰੂਸ਼ਲਮ ਦੇ ਵਿੱਚ ਲੈ ਕੇ ਆਵਾਂਗਾ ਤਾਂ ਕਿ ਮੇਰਾ ਤਾਜ ਅਸਮਾਨੀ ਸ਼ਕਤੀ ਦੇ ਹੇਠ ਸੁਰੱਖਿਅਤ ਰਹਿ ਸਕੇ। ਤੇ ਜਦੋਂ ਨੇਮ ਦਾ ਸੰਦੂਕ ਯਰੂਸ਼ਲਮ ਲਿਆਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਕੀ ਵਾਪਰਿਆ, ਆਓ ਦੇਖਦੇ ਹਾਂ। ਆਪਣੇ ਤਾਜ ਨੂੰ ਅਸਮਾਨੀ ਸ਼ਕਤੀ ਹੇਠ ਸੁਰੱਖਿਅਤ ਰੱਖਣ ਲਈ ਦਾਊਦ ਨੇਮ ਦਾ ਸੰਦੂਕ ਯਰੂਸ਼ਲਮ ਦੇ ਵਿੱਚ ਲੈ ਆਇਆ। ਸਫ਼ਰ ਦੌਰਾਨ ਜਦ ਨੇਮ ਦਾ ਸੰਦੂਕ ਡਿੱਗਣ ਲੱਗਾ ਤਾਂ ਅਬੀਨਾਦਾਬ ਦੇ ਪੁੱਤਰ ਉਜ਼ਾ ਨੇ ਉਸ ਨੂੰ ਰੋਕਣ ਲਈ ਆਪਣਾ ਹੱਥ ਅੱਗੇ ਵਧਾਇਆ, ਪਰ ਉਹ ਉਸੇ ਵੇਲੇ ਡਿੱਗ ਕੇ ਮਰ ਗਿਆ, ਕਿਉਂਕਿ ਇਸ ਤਰ੍ਹਾਂ ਕਰਕੇ ਉਸ ਨੇ ਕਾਨੂੰਨ ਤੋੜਿਆ ਸੀ। ਪਿਆਰੇ ਬੱਚਿਓ, ਜਦ ਨੇਮ ਦਾ ਸੰਦੂਕ ਯਰੂਸ਼ਲਮ ਵਿੱਚ ਲਿਆਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਜਦੋਂ ਸੰਦੂਕ ਇੱਕ ਗੱਡੇ ਉੱਪਰ ਰੱਖਿਆ ਹੋਇਆ ਸੀ, ਉਹ ਇੱਕ ਜਗ੍ਹਾ ਤੇ ਫਸ ਗਿਆ ਤਾਂ ਨੇਮ ਦਾ ਸੰਦੂਕ ਹੇਠਾਂ ਡਿੱਗਣ ਵਾਲਾ ਸੀ। ਪਰ ਅਬੀਨਾਦਾਬ ਦੇ ਪੁੱਤਰ ਉਜ਼ਾ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਕਿ ਡਿੱਗੇ ਨਾ, ਉਸ ਨੂੰ ਫੜਨਾ ਚਾਹਿਆ। ਪਰ ਜਿਵੇਂ ਹੀ ਉਸ ਨੇ ਨੇਮ ਦੇ ਸੰਦੂਕ ਨੂੰ ਫੜਨਾ ਚਾਹਿਆ, ਉਸੇ ਵੇਲੇ ਉਸ ਦੀ ਮੌਤ ਹੋ ਗਈ, ਕਿਉਂਕਿ ਉਸ ਨੇ ਕਾਨੂੰਨ ਤੋੜਿਆ ਸੀ। ਕਾਨੂੰਨ ਇਹ ਸੀ ਕਿ ਨੇਮ ਦੇ ਸੰਦੂਕ ਨੂੰ ਕੋਈ ਵੀ ਹੱਥ ਨਹੀਂ ਲਗਾਵੇਗਾ।
ਦਾਊਦ ਨੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ ਕਿਉਂਕਿ ਪਰਮੇਸ਼ਵਰ ਉਸ ਦੇ ਨਾਲ ਸੀ। ਉਸ ਨੇ ਫਿਲਿਸਤੀਨੀਆਂ ਦੀ ਸਾਰੀ ਜਾਇਦਾਦ ਖੋਹ ਲਈ ਤੇ ਸੋਬਾ ਦਾ ਰਾਜਾ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਸੀ। ਦਾਊਦ ਨੇ ਉਸ ਨੂੰ ਅਤੇ ਉਸ ਦੇ ਸਾਰੇ ਹਿਮਾਇਤੀਆਂ ਨੂੰ ਤਬਾਹ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਅਮੋਨੀਆਂ ਦੀ ਤਾਕਤ ਨੂੰ ਖਤਮ ਕੀਤਾ। ਦਾਊਦ ਦੀ ਹਕੂਮਤ ਦਰਿਆ ਫਰਾਤ ਤੋਂ ਲੈ ਕੇ ਭੂਮੱਧ ਸਾਗਰ ਤੱਕ ਅਤੇ ਫਿਨਸੀਆ ਤੋਂ ਲੈ ਕੇ ਅਰਬ ਸਾਗਰ ਤੱਕ ਫੈਲੀ ਹੋਈ ਸੀ। ਬੱਚਿਓ, ਰਾਜਾ ਬਣਨ ਤੋਂ ਬਾਅਦ ਵਿੱਚ ਦਾਊਦ ਨੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ। ਫਿਲਿਸਤੀਨੀਆਂ ਨੂੰ ਜਿੱਤਣ ਤੋਂ ਬਾਅਦ ਵਿੱਚ ਉਹਦਾ ਇੱਕ ਹੋਰ ਵੱਡਾ ਦੁਸ਼ਮਣ ਬਚ ਗਿਆ ਜੋ ਕਿ ਸੋਬਾ ਦਾ ਰਾਜਾ ਸੀ। ਦਾਊਦ ਨੇ ਉਹਦੇ ਉੱਪਰ ਵੀ ਹਮਲਾ ਕੀਤਾ ਅਤੇ ਉਸ ਨੂੰ ਵੀ ਜਿੱਤ ਲਿਆ। ਉਸ ਨੂੰ ਤੇ ਉਹਦੇ ਜਿੰਨੇ ਵੀ ਹਮਾਇਤੀ ਸਨ ਸਾਰਿਆਂ ਨੂੰ ਦਾਊਦ ਨੇ ਤਬਾਹ ਕਰ ਦਿੱਤਾ। ਇਸ ਤੋਂ ਬਾਅਦ ਅਮੋਨੀਆ ਦੀ ਤਾਕਤ ਨੂੰ ਉਸਨੇ ਖਤਮ ਕੀਤਾ। ਇਸ ਤਰ੍ਹਾਂ ਹੁਣ ਦਾਊਦ ਦਾ ਰਾਜ ਚਾਰੇ ਪਾਸੇ ਫੈਲ ਗਿਆ। ਉਹਦਾ ਜਿਹੜਾ ਰਾਜ ਸੀ ਉਹ ਦਰਿਆ ਫਰਾਤ ਤੋਂ ਲੈ ਕੇ ਭੂਮੱਧ ਸਾਗਰ ਤੱਕ ਅਤੇ ਫਿਨਸੀਆ ਤੋਂ ਲੈ ਕੇ ਅਰਬ ਸਾਗਰ ਤੱਕ ਫੈਲਿਆ ਹੋਇਆ ਸੀ। ਪਿਆਰੇ ਬੱਚੋ, ਜਿਸ ਤਰ੍ਹਾਂ ਸਾਊਲ ਨੇ ਕੁਝ ਗਲਤੀਆਂ ਕੀਤੀਆਂ ਉਸੇ ਤਰ੍ਹਾਂ ਦਾਊਦ ਨੇ ਵੀ ਗਲਤੀ ਕੀਤੀ। ਦਾਊਦ ਦੇ ਮਨ ਵਿੱਚ ਬੁਰਾਈ ਨੇ ਘਰ ਕਰ ਲਿਆ। ਇੱਕ ਦਿਨ ਆਪਣੇ ਮਹਿਲ ਦੀ ਛੱਤ ਤੋਂ ਉਸਨੇ ਆਪਣੇ ਇੱਕ ਅਫਸਰ ਉਰੀਆ ਦੀ ਪਤਨੀ ਬਤਸ਼ਬਾ ਨੂੰ ਦੇਖਿਆ ਜੋ ਬਹੁਤ ਸੁੰਦਰ ਸੀ ਤੇ ਉਸ ਔਰਤ ਨੂੰ ਹਾਸਲ ਕਰਨ ਲਈ ਤੇ ਆਪਣੀ ਪਤਨੀ ਬਣਾਉਣ ਲਈ ਦਾਊਦ ਨੇ ਉਰੀਆ ਨੂੰ ਖਤਮ ਕਰਨ ਦਾ ਇਰਾਦਾ ਬਣਾਇਆ। ਜਦ ਫੌਜਾਂ ਜੰਗ ਲਈ ਜਾਣ ਲੱਗੀਆਂ ਤਾਂ ਉਸ ਨੇ ਜਵਾਬ ਨੂੰ ਹੁਕਮ ਦਿੱਤਾ ਕਿ ਉਰੀਆ ਨੂੰ ਸਭ ਤੋਂ ਅੱਗੇ ਰੱਖੇ ਜਿੱਥੇ ਕਿ ਖੂਬ ਲੜਾਈ ਹੋ ਰਹੀ ਹੋਵੇ। ਇਸ ਤਰ੍ਹਾਂ ਲੜਾਈ ਦੇ ਵਿੱਚ ਉਰੀਆ ਮਾਰਿਆ ਗਿਆ। ਪਰ 1 ਸਾਲ ਤੋਂ ਬਾਅਦ ਨਥਾਨ ਨਬੀ ਦਾਊਦ ਕੋਲ ਆਇਆ ਅਤੇ ਉਸ ਨੂੰ ਉਸ ਦਾ ਗੁਨਾਹ ਯਾਦ ਕਰਵਾਇਆ। ਉਸਨੇ ਇਹ ਵੀ ਕਿਹਾ ਕਿ ਜੋ ਲੜਕਾ ਬਤਸ਼ਬਾ ਤੋਂ ਪੈਦਾ ਹੋਵੇਗਾ ਉਹ ਮਰ ਜਾਵੇਗਾ। ਇਸ ਤੋਂ ਬਾਅਦ ਦਾਊਦ ਦੇ ਘਰ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਆਈਆਂ। ਉਹਦੇ ਉੱਪਰ ਕੋਈ ਨਾ ਕੋਈ ਮੁਸੀਬਤ ਆਉਂਦੀ ਗਈ। ਕਿਉਂ? ਕਿਉਂਕਿ ਦਾਊਦ ਨੇ ਗੁਨਾਹ ਕੀਤਾ ਸੀ। ਉਸਨੇ ਇੱਕ ਇਹੋ ਜਿਹੀ ਔਰਤ ਨਾਲ ਵਿਆਹ ਕਰਨ ਦੀ ਸੋਚੀ ਜਿਹਦਾ ਪਹਿਲਾਂ ਵਿਆਹ ਹੋ ਚੁੱਕਾ ਸੀ ਤੇ ਉਸ ਔਰਤ ਨੂੰ ਪ੍ਰਾਪਤ ਕਰਨ ਲਈ ਉਸਨੇ ਉਸਦੇ ਪਤੀ ਨੂੰ ਜਾਣ ਬੁੱਝ ਕੇ ਮਰਵਾ ਦਿੱਤਾ ਸੀ ਤੇ ਉਸ ਔਰਤ ਨਾਲ ਉਹਨੇ ਵਿਆਹ ਕਰ ਲਿਆ। 1 ਸਾਲ ਦੇ ਬਾਅਦ ਨਥਾਨ ਨਬੀ ਉਸ ਦੇ ਕੋਲ ਆਇਆ ਤੇ ਜੋ ਵੀ ਉਸਨੇ ਗਲਤੀ ਕੀਤੀ ਸੀ ਉਹਦੇ ਬਾਰੇ ਵਿੱਚ ਉਸ ਨੂੰ ਦੱਸਿਆ। ਉਹਨੂੰ ਇਹ ਕਿਹਾ ਕਿ ਜੋ ਵੀ ਬੱਚਾ, ਜੋ ਲੜਕਾ ਬਤਸ਼ਬਾ ਦੀ ਕੁੱਖ ਤੋਂ ਪੈਦਾ ਹੋਵੇਗਾ ਉਹ ਬਚੇਗਾ ਨਹੀਂ ਬਲਕਿ ਉਹ ਮਰ ਜਾਵੇਗਾ। ਤੇ ਨਥਾਨ ਨਬੀ ਦੇ ਜਦ ਇਹ ਕਿਹਾ ਉਸ ਤੋਂ ਬਾਅਦ ਵਿੱਚ ਦਾਊਦ ਦੇ ਘਰ ਵਿੱਚ ਮੁਸੀਬਤਾਂ ਹੀ ਮੁਸੀਬਤਾਂ ਖੜੀਆਂ ਹੋ ਗਈਆਂ। ਅਬਸ਼ਲੋਮ ਆਪਣੇ ਮਤਰੇਏ ਭਰਾ ਅਮਨੋਨ ਨੂੰ ਕਤਲ ਕਰਕੇ ਦੇਸ਼ ਛੱਡ ਕੇ ਦੌੜ ਗਿਆ। ਅਬਸ਼ਲੋਮ ਦਾਊਦ ਦਾ ਪੁੱਤਰ ਸੀ ਤੇ ਅਮਨੋਨ ਵੀ ਦਾਊਦ ਦਾ ਪੁੱਤਰ ਸੀ। ਦੋਨੇ ਮਤਰੇਏ ਭਰਾ ਸਨ ਤੇ ਅਬਸ਼ਲੋਮ ਨੇ ਅਮਨੋਨ ਨੂੰ ਮਾਰ ਦਿੱਤਾ ਅਤੇ ਦੇਸ਼ ਛੱਡ ਕੇ ਦੌੜ ਗਿਆ। ਪਰ ਦਾਊਦ ਨੇ ਉਸ ਨੂੰ ਮਾਫ ਕਰ ਦਿੱਤਾ ਤੇ ਉਹ ਵਾਪਸ ਆਪਣੇ ਦੇਸ਼ ਵਿੱਚ ਮੁੜ ਕੇ ਆ ਗਿਆ। ਫਿਰ ਅਬਸ਼ਲੋਮ ਨੇ ਆਪਣੇ ਕੁਝ ਹਿਮਾਇਤੀ ਇਕੱਠੇ ਕੀਤੇ ਅਤੇ ਆਪਣੇ ਆਪ ਨੂੰ ਇਸਰਾਇਲ ਦਾ ਬਾਦਸ਼ਾਹ ਘੋਸ਼ਿਤ ਕਰ ਦਿੱਤਾ। ਜਦ ਅਬਸ਼ਲੋਮ ਨੇ ਆਪਣੇ ਆਪ ਨੂੰ ਰਾਜਾ ਘੋਸ਼ਿਤ ਕੀਤਾ ਤਾਂ ਦਾਊਦ ਨੂੰ ਉੱਥੋਂ ਜਾਣਾ ਪਿਆ। ਉੱਥੋਂ ਉਹ ਨੱਸ ਗਿਆ ਇਸ ਡਰ ਨਾਲ ਕਿ ਕਿਤੇ ਉਹ ਉਹਨੂੰ ਖਤਮ ਨਾ ਕਰ ਦੇਵੇ। ਦਾਊਦ ਦੇ ਜਾਣ ਤੋਂ ਬਾਅਦ ਵਿੱਚ ਅਬਸ਼ਲੋਮ ਨੇ ਬਹੁਤ ਸਾਰੇ ਗੰਭੀਰ ਪਾਪ ਕੀਤੇ ਜਿਨ੍ਹਾਂ ਬਾਰੇ ਦਾਊਦ ਨੂੰ ਵੀ ਪਤਾ ਲੱਗਦਾ ਰਿਹਾ। ਦਾਊਦ ਨੇ ਫਿਰ ਤੋਂ ਆਪਣੀ ਸੈਨਾ ਇਕੱਠੀ ਕੀਤੀ ਅਤੇ ਅਬਸ਼ਲੋਮ ਨੂੰ ਹਰਾਇਆ ਤੇ ਜਦੋਂ ਉਹ ਅਬਸ਼ਲੋਮ ਲੜਾਈ ਦੇ ਮੈਦਾਨ ਦੇ ਵਿੱਚੋਂ ਨੱਠਾ ਜਾ ਰਿਹਾ ਸੀ, ਆਪਣੇ ਘੋੜੇ ਉੱਤੇ ਸਵਾਰ ਸੀ ਤਾਂ ਉਸ ਦੇ ਵਾਲ ਇੱਕ ਰੁੱਖ ਦੇ ਵਿੱਚ ਫਸ ਗਏ
ਤਾਂ ਜਵਾਬ ਨੇ ਆ ਕੇ ਉਸ ਨੂੰ ਖਤਮ ਕਰ ਦਿੱਤਾ। ਅਬਸ਼ਲੋਮ ਦੀ ਮੌਤ ਤੋਂ ਬਾਅਦ ਵਿੱਚ ਜੰਗ ਖਤਮ ਹੋ ਗਈ ਅਤੇ ਦਾਊਦ ਸ਼ਾਨਦਾਰ ਜਿੱਤ ਤੋਂ ਬਾਅਦ ਵਿੱਚ ਵਾਪਸ ਆਇਆ ਤੇ ਘਮੰਡ ਵਿੱਚ ਆ ਕੇ ਉਸਨੇ ਬਿਨਾਂ ਕਿਸੇ ਕਾਰਨ ਜਨਗਣਨਾ ਕਰਵਾਈ। ਉਸ ਨੂੰ ਦੰਡ ਦੇਣ ਲਈ ਖੁਦਾ ਨੇ ਦੇਸ਼ ਵਿੱਚ ਪਲੇਗ ਦੀ ਬਿਮਾਰੀ ਭੇਜੀ, ਜਿਸ ਨਾਲ 70,000 ਲੋਕ ਮਰ ਗਏ। ਪਿਆਰੇ ਬੱਚਿਓ, ਅਬਸ਼ਲੋਮ ਅਤੇ ਅਮਨੋਨ ਦੋਨੇ ਭਰਾ ਸੀ, ਪਰ ਦੋਨੇ ਮਤਰੇਏ ਭਰਾ ਸੀ। ਅਮਨੋਨ ਨੇ ਕੋਈ ਗਲਤੀ ਕੀਤੀ ਸੀ, ਇਸ ਕਰਕੇ ਅਬਸ਼ਲੋਮ ਨੇ ਉਸ ਨੂੰ ਮਾਰ ਦਿੱਤਾ ਤੇ ਉਸ ਨੂੰ ਮਾਰਨ ਤੋਂ ਬਾਅਦ ਵਿੱਚ ਉਹ ਦੇਸ਼ ਛੱਡ ਕੇ ਉੱਥੋਂ ਦੌੜ ਗਿਆ। ਪਰ ਦਾਊਦ ਨੇ ਉਸ ਨੂੰ ਮਾਫ ਕਰ ਦਿੱਤਾ ਅਤੇ ਉਹ ਵਾਪਸ ਆਪਣੇ ਦੇਸ਼ ਵਿੱਚ ਆ ਗਿਆ। ਫਿਰ ਵੀ ਉਹ ਆਰਾਮ ਨਾਲ ਨਹੀਂ ਬੈਠਾ। ਉਸਨੇ ਆਪਣੇ ਕੁਝ ਹਿਮਾਇਤੀਆਂ ਨੂੰ ਇਕੱਠੇ ਕੀਤਾ ਤੇ ਐਲਾਨ ਕਰ ਦਿੱਤਾ ਕਿ ਮੈਂ ਇਸਰਾਈਲ ਦਾ ਰਾਜਾ ਹਾਂ। ਜਦ ਦਾਊਦ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੂੰ ਦੇਸ਼ ਛੱਡ ਕੇ ਉੱਥੋਂ ਜਾਣਾ ਪਿਆ। ਦਾਊਦ ਦੇ ਜਾਣ ਤੋਂ ਬਾਅਦ ਵਿੱਚ ਅਬਸ਼ਲੋਮ ਨੇ ਬਹੁਤ ਸਾਰੇ ਵੱਡੇ ਤੇ ਗੰਭੀਰ ਗੁਨਾਹ ਕੀਤੇ। ਦਾਊਦ ਨੇ ਫਿਰ ਆਪਣੀ ਸੈਨਾ ਇਕੱਠੀ ਕੀਤੀ ਅਤੇ ਅਬਸ਼ਲੋਮ ਦੇ ਉੱਪਰ ਹਮਲਾ ਕੀਤਾ। ਯੁੱਧ ਹੋਇਆ ਤੇ ਉਸ ਯੁੱਧ ਦੇ ਵਿੱਚ ਅਬਸ਼ਲੋਮ ਮਾਰਿਆ ਗਿਆ ਤੇ ਆਪਣੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਵਿੱਚ ਦਾਊਦ ਨੂੰ ਘਮੰਡ ਆ ਗਿਆ। ਵਾਪਸ ਆ ਕੇ ਉਸਨੇ ਬਿਨਾਂ ਕਿਸੇ ਕਾਰਨ ਦੇ ਜਨਗਣਨਾ ਕਰਵਾਈ, ਜਿਹਦਾ ਕੋਈ ਕਾਰਨ ਹੀ ਨਹੀਂ ਸੀ। ਪਰ ਪਰਮੇਸ਼ਵਰ ਨੂੰ ਇਹ ਬਹੁਤ ਬੁਰਾ ਲੱਗਿਆ। ਤਦ ਪਰਮੇਸ਼ਵਰ ਨੇ ਉਸ ਦੇਸ਼ ਦੇ ਵਿੱਚ ਪਲੇਗ ਭੇਜੀ ਤੇ ਉਸ ਪਲੇਗ ਦੀ ਬਿਮਾਰੀ ਦੇ ਨਾਲ 70,000 ਲੋਕੀ ਮਰ ਗਏ। ਹੁਣ ਦਾਊਦ ਬਹੁਤ ਬੁੱਢਾ ਹੋ ਗਿਆ ਤੇ ਉਸਨੇ ਆਪਣੇ ਪੁੱਤਰ ਸੁਲੇਮਾਨ ਨੂੰ ਰਾਜਾ ਘੋਸ਼ਿਤ ਕੀਤਾ। ਸਾਰੇ ਇਸਰਾਏਲੀ ਉਸ ਦੀ ਤਾਬਿਆਦਾਰੀ ਵਿੱਚ ਰਹੇ ਤੇ ਦਾਊਦ ਨੇ ਆਪਣੇ ਆਖਰੀ ਵਸੀਅਤ ਵਿੱਚ ਸੁਲੇਮਾਨ ਨੂੰ ਕਿਹਾ ਕਿ ਉਹ ਹਮੇਸ਼ਾ ਖੁਦਾ ਦੀ ਰਾਹ ਤੇ ਚੱਲੇ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰੇ। ਪਿਆਰੇ ਬੱਚਿਓ, ਦਾਊਦ ਨੇ ਆਪਣੀ ਥਾਂ ਦੇ ਆਪਣੇ ਪੁੱਤਰ ਸੁਲੇਮਾਨ ਨੂੰ ਰਾਜਾ ਘੋਸ਼ਿਤ ਕੀਤਾ ਤੇ ਨਾਲ ਦੀ ਨਾਲ ਉਸ ਨੂੰ ਇਹ ਨਸੀਹਤ ਵੀ ਕੀਤੀ ਕਿ ਉਹ ਹਰ ਪਲ ਹਰ ਸਮੇਂ ਖੁਦਾ ਦੇ ਹੁਕਮਾਂ ਦੇ ਅਨੁਸਾਰ ਚੱਲਦਾ ਰਹੇ ਤੇ ਜੋ ਵੀ ਖੁਦਾ ਉਹਨੂੰ ਕਹਿੰਦਾ ਹੈ ਉਹਦੀ ਆਗਿਆਕਾਰੀ ਵਿੱਚ ਚੱਲੇਗਾ। ਇਸ ਤਰ੍ਹਾਂ 70 ਸਾਲ ਦੀ ਉਮਰ ਦੇ ਵਿੱਚ ਦਾਊਦ ਮਰ ਗਿਆ। ਉਸਨੇ 40 ਸਾਲ ਰਾਜ ਕੀਤਾ ਤੇ ਜਦੋਂ ਦਾਊਦ ਰਾਜਾ ਬਣਿਆ ਸੀ ਉਸ ਸਮੇਂ ਉਸ ਦੀ ਉਮਰ 30 ਸਾਲ ਸੀ। ਰਾਜਾ ਦਾਊਦ ਨੇ ਕੁੱਲ 40 ਸਾਲ ਤੱਕ ਰਾਜ ਕੀਤਾ। 7 ਸਾਲ ਉਸਨੇ ਹਬਰੋਨ ਦੇ ਵਿੱਚ ਰਾਜ ਕੀਤਾ ਅਤੇ 33 ਸਾਲ ਉਸਨੇ ਯਰੂਸ਼ਲਮ ਦੇ ਵਿੱਚ ਰਾਜ ਕੀਤਾ। ਉਸਨੇ ਆਪਣੇ ਲੋਕਾਂ ਦੇ ਉੱਪਰ ਅਜਿਹਾ ਸ਼ਾਨਦਾਰ ਪ੍ਰਭਾਵ ਛੱਡਿਆ ਜੋ ਪਹਿਲਾਂ ਕਿਸੇ ਰਾਜਾ ਨੇ ਨਾ ਛੱਡਿਆ। ਦਾਊਦ ਸਦਾਚਾਰੀ, ਨੇਕ ਬਾਦਸ਼ਾਹ, ਨਬੀ ਤੇ ਇੱਕ ਪ੍ਰਭਾਵਸ਼ਾਲੀ ਕਵੀ ਸੀ। ਉਸਨੇ ਬਹੁਤ ਸਾਰੀਆਂ ਰਚਨਾਵਾਂ ਰਚੀਆਂ। ਉਸ ਦੀਆਂ ਰਚਨਾਵਾਂ ਦੇ ਵਿੱਚੋਂ ਜ਼ਬੂਰ ਬਹੁਤ ਹੀ ਪ੍ਰਸਿੱਧ ਹਨ, ਜਿਨ੍ਹਾਂ ਨੂੰ ਅਸੀਂ ਆਪਣੀ ਆਰਾਧਨਾ ਦੇ ਸਮੇਂ, ਆਪਣੀਆਂ ਪ੍ਰਾਰਥਨਾਵਾਂ ਸਮੇਂ ਅਸੀਂ ਗਾਉਂਦੇ ਹਾਂ। ਇਹ ਜ਼ਬੂਰ ਦਾਊਦ ਦੇ ਹੀ ਲਿਖੇ ਹੋਏ ਹਨ। ਤੇ ਪਿਆਰੇ ਬੱਚਿਓ, ਇਹ ਸੀਗਾ ਰਾਜਾ ਦਾਊਦ ਤੇ ਉਹਦੇ ਰਾਜ ਦੇ ਬਾਰੇ ਵਿੱਚ ਉਸਨੇ ਕੀ ਕੰਮ ਕੀਤੇ, ਉਸਨੇ ਕੀ ਗਲਤੀ ਕੀਤੀ ਤੇ ਆਪਣੇ ਅੰਤਿਮ ਸਮੇਂ ਦੇ ਵਿੱਚ ਉਸਨੇ ਕਿਸ ਨੂੰ ਰਾਜਾ ਬਣਾਇਆ। ਤੇ ਇੱਥੇ ਹੀ ਆਪਣਾ ਇਹ ਪਾਠ ਖਤਮ ਹੁੰਦਾ ਹੈ। ਆਓ ਅਸੀਂ ਇਸ ਪਾਠ ਦੇ ਪ੍ਰਸ਼ਨ ਦੇਖਦੇ ਹਾਂ ਜੋ ਤੁਹਾਡੀ ਕਿਤਾਬ ਦੇ ਪਾਠ ਦੇ ਅੰਤ ਵਿੱਚ ਹਨ। ਇਹ ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਜਵਾਬ ਦੇ ਭਰਾ ਅਜ਼ਾਇਲ ਨੂੰ ਕਿਸ ਨੇ ਕਤਲ ਕੀਤਾ। ਉੱਤਰ ਹੈ ਅਬਨੇਰ ਨੇ। ਉੱਤਰ ਹੈ ਅਬਨੇਰ ਨੇ। ਅਗਲਾ ਪ੍ਰਸ਼ਨ ਹੈ ਅਬਨੇਰ ਨਾਲ ਕੌਣ ਭੈੜਾ ਸਲੂਕ ਕਰਦਾ ਸੀ। ਉੱਤਰ ਹੈ ਇਸ਼ਬਲ ਅਬਨੇਰ ਨਾਲ ਭੈੜਾ ਸਲੂਕ ਕਰਦਾ ਸੀ। ਅਗਲਾ ਪ੍ਰਸ਼ਨ ਇਸ਼ਬਲ ਦੀ ਮੌਤ ਕਿਸ ਤਰ੍ਹਾਂ ਹੋਈ। ਉੱਤਰ ਹੈ ਜਦ ਉਹ ਸੁੱਤਾ ਹੋਇਆ ਸੀ
ਤਾਂ ਉਸ ਦੇ 2 ਅਫਸਰਾਂ ਨੇ ਉਸ ਦਾ ਸਿਰ ਵੱਢ ਦਿੱਤਾ। ਅਗਲਾ ਪ੍ਰਸ਼ਨ, ਦਾਊਦ ਨੇਮ ਦੇ ਸੰਦੂਕ ਨੂੰ ਕਿੱਥੇ ਲੈ ਕੇ ਆਇਆ? ਉੱਤਰ ਹੈ ਦਾਊਦ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਵਿੱਚ ਲੈ ਕੇ ਆਇਆ। ਅਗਲਾ ਪ੍ਰਸ਼ਨ, ਦਾਊਦ ਦਾ ਸਭ ਤੋਂ ਵੱਡਾ ਵੈਰੀ ਕੌਣ ਸੀ? ਉੱਤਰ ਹੈ ਸ਼ੋਬਾ ਦਾ ਰਾਜਾ। ਅਗਲਾ ਪ੍ਰਸ਼ਨ, ਕਿਉਂ ਦਾਊਦ ਨੇ ਉਰੀਆ ਨੂੰ ਕਤਲ ਕਰਨ ਦਾ ਇਰਾਦਾ ਬਣਾਇਆ? ਉੱਤਰ ਹੈ ਕਿਉਂਕਿ ਉਹ ਉਸ ਦੀ ਪਤਨੀ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਸੀ। ਅਗਲਾ ਪ੍ਰਸ਼ਨ, 1 ਸਾਲ ਬਾਅਦ ਕੌਣ ਦਾਊਦ ਕੋਲ ਆਇਆ ਅਤੇ ਕਿਉਂ? ਉੱਤਰ ਹੈ 1 ਸਾਲ ਬਾਅਦ ਨਥਾਨ ਨਬੀ ਦਾਊਦ ਕੋਲ ਆਇਆ ਅਤੇ ਉਸ ਨੂੰ ਉਸ ਦਾ ਗੁਨਾਹ ਯਾਦ ਕਰਵਾਇਆ। ਅਗਲਾ ਪ੍ਰਸ਼ਨ, ਖੁਦਾ ਨੇ ਦਾਊਦ ਨੂੰ ਦੰਡ ਦੇਣ ਲਈ ਕਿਹੜੀ ਬਿਮਾਰੀ ਭੇਜੀ ਅਤੇ ਕਿੰਨੇ ਲੋਕ ਮਰੇ? ਉੱਤਰ ਹੈ ਖੁਦਾ ਨੇ ਦਾਊਦ ਨੂੰ ਦੰਡ ਦੇਣ ਲਈ ਮੁਲਕ ਵਿੱਚ ਪਲੇਗ ਦੀ ਬਿਮਾਰੀ ਭੇਜੀ, ਜਿਸ ਨਾਲ 70,000 ਲੋਕ ਮਰੇ। ਅਗਲਾ ਪ੍ਰਸ਼ਨ, ਦਾਊਦ ਦੀ ਮੌਤ ਕਦੋਂ ਹੋਈ? ਉੱਤਰ ਹੈ ਦਾਊਦ ਦੀ ਮੌਤ 70 ਸਾਲ ਦੀ ਉਮਰ ਵਿੱਚ ਹੋਈ। ਅਗਲਾ ਅਤੇ ਆਖਰੀ ਪ੍ਰਸ਼ਨ, ਦਾਊਦ ਨੇ ਕਿੰਨੇ ਸਾਲ ਹਕੂਮਤ ਕੀਤੀ ਅਤੇ ਕਿੱਥੇ? ਉੱਤਰ ਹੈ ਉਸ ਨੇ 40 ਸਾਲ ਹਕੂਮਤ ਕੀਤੀ, 7 ਸਾਲ ਹਬਰੋਨ ਵਿੱਚ ਅਤੇ 33 ਸਾਲ ਯਰੂਸ਼ਲਮ ਵਿੱਚ। ਉਸ ਨੇ 40 ਸਾਲ ਹਕੂਮਤ ਕੀਤੀ, 7 ਸਾਲ ਹਬਰੋਨ ਵਿੱਚ ਅਤੇ 33 ਸਾਲ ਯਰੂਸ਼ਲਮ ਦੇ ਵਿੱਚ। ਪਿਆਰੇ ਬੱਚਿਓ, ਇਹ ਸਾਡਾ ਪਾਠ 8 ਦਾਊਦ ਦਾ ਰਾਜ, ਜਿਹਦੇ ਵਿੱਚ ਅਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਰਾਜਾ ਬਣਨ ਤੋਂ ਬਾਅਦ ਵਿੱਚ ਦਾਊਦ ਨੇ ਕੀ ਕੰਮ ਕੀਤੇ, ਕੀ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਅੰਤਿਮ ਸਮੇਂ ਦੇ ਵਿੱਚ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਰਾਜਾ ਬਣਾਇਆ। ਅਤੇ ਅਗਲੇ ਪਾਠ ਵਿੱਚ ਅਸੀਂ ਪੜ੍ਹਾਂਗੇ ਸੁਲੇਮਾਨ ਦੇ ਰਾਜ ਦੇ ਬਾਰੇ ਵਿੱਚ। ਜੈ ਯਸੂ।